ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਵਿਖੇ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ, ਸਤਿਗੁਰਾਂ ਨੇ ਬੇਅੰਤ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ। ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਖੇ ਸਜੇ ਹੋਏ ਵਿਸ਼ੇਸ਼ ਦੀਵਾਨਾਂ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ 12 ਮਹਾਬਾਣੀ ਦੇ ਪਾਵਨ ਬਚਨ, ਜਿਨ੍ਹਾਂ 'ਚ ਸਤਿਗੁਰੂ ਜੀ ਨੇ ਹਾੜ ਮਹੀਨੇ ਦੀ ਗੱਲ ਕਰਦੇ ਹੋਏ ਗੁਰਮਤਿ ਉਪਦੇਸ਼ ਸਾਨੂੰ ਬਖਸ਼ੇ ਨੇ। ਇਹਨਾਂ ਪਾਵਨ ਬਚਨਾਂ ਦਾ ਪਾਠ ਆਪ ਜੀ ਨੇ ਪਿਆਰ ਸਹਿਤ ਸਤਿਕਾਰ ਸਹਿਤ ਸ਼ਰਵਣ ਕੀਤਾ ਹੈ। ਅੱਜ ਹਾੜ ਮਹੀਨੇ ਦੀ ਆਰੰਭਤਾ ਹੋਈ ਹੈ ਔਰ ਜੇਠ ਤੇ ਹਾੜ ਦੇ ਮਹੀਨੇ ਗਰਮ ਰੁੱਤ ਦੇ ਮਹੀਨੇ ਹਨ। ਮਹਾਰਾਜ ਬਾਣੀ 'ਚ ਜਿੱਥੇ ਬਾਹਰ ਦੇ ਬਦਲਦੇ ਹੋਏ ਵਰਤਾਰੇ ਤੇ ਮੌਸਮ ਦੀ ਗੱਲ ਕਰਦੇ ਹਨ, ਉੱਥੇ ਨਾਲ ਦੀ ਨਾਲ ਸਾਡੇ ਅੰਦਰ ਦੀ ਗੱਲ ਕਰਦੇ ਹਨ। ਇੱਕ ਹੈ ਬਾਹਰ ਦੀ ਗਰਮੀ, ਇੱਕ ਹੈ ਅੰਦਰ ਦੀ ਗਰਮੀ। ਬਾਹਰੋਂ ਵੀ ਬੰਦਾ ਅੱਤ ਦੀ ਠੰਡ ਦੇ ਵਿੱਚ, ਸਰਦ ਰੁੱਤ ਦੇ ਵਿੱਚ ਵੀ ਤੱਤਾ ਹੁੰਦਾ ਹੈ, ਅੰਦਰੋਂ ਵੀ ਤੱਤਾ ਹੁੰਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਆਸਾੜ ਤਪੰਦਾ ਤਿਸ ਲੱਗੈ, ਹਰ ਨਾਹ ਨਾ ਜਿੰਨਾ ਪਾਸ। ਨਾਹ ਮਤਲਬ ਖਸਮ ਮਾਲਕ ਵਾਹਿਗੁਰੂ। ਹਜੂਰ ਕਹਿੰਦੇ ਹਾੜ ਦਾ ਮਹੀਨਾ ਉਹਨਾਂ ਨੂੰ ਤਪਸ਼ ਭਰਿਆ ਲੱਗਦਾ ਹੈ। ਹਾੜ ਦੇ ਮਹੀਨੇ 'ਚ ਉਹ ਲੋਕ ਅੰਦਰੋਂ ਤਪਦੇ ਹਨ ਜਿਹੜੇ ਰੱਬ ਤੋਂ ਅਕਾਲ ਪੁਰਖ ਤੋਂ ਟੁੱਟੇ ਹੋਏ ਹਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਕੱਲ ਆਪਾਂ ਸ਼ਹੀਦੀ ਦਿਹਾੜਾ ਮਨਾਇਆ। ਗੁਰੂ ਅਰਜਨ ਦੇਵ ਮਹਾਰਾਜ ਨੂੰ ਵੇਖੋ ਤੱਤੀ ਤਵੀ ਤੇ ਬਿਠਾਇਆ ਗਿਆ, ਉਬਲਦੀ ਦੇਗ 'ਚ ਬਿਠਾਇਆ ਗਿਆ। ਇੱਕ ਪਾਸੇ ਸਤਿਗੁਰੂ ਤੱਤੀ ਤਵੀ ਤੇ ਬੈਠੇ ਹਨ, ਉਬਲਦੀ ਦੇਗ 'ਚ ਬੈਠੇ ਹਨ। ਦੂਜੇ ਪਾਸੇ ਚੰਦੂ ਹੈ, ਹੋਰ ਜ਼ੁਲਮ ਕਰਨ ਵਾਲੇ ਲੋਕ ਹਨ। ਜਿਹੜੇ ਸਤਿਗੁਰੂ ਤੱਤੀ ਤਵੀ ਤੇ ਬੈਠੇ ਹਨ ਉਹ ਉੱਥੇ ਵੀ ਠੰਡੇ ਹਨ, ਉੱਥੇ ਵੀ ਕਹਿ ਰਹੇ ਹਨ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਤੇ ਜਿਹੜੇ ਕੋਲ ਖਲੋਤੇ ਹਨ ਉਹ ਬੇਸ਼ੱਕ ਤਵੀ ਤੇ ਨਹੀਂ ਬੈਠੇ ਹਨ, ਫਿਰ ਵੀ ਤਪ ਰਹੇ ਨੇ, ਕ੍ਰੋਧ ਦੀ, ਈਰਖਾ ਦੀ ਅੱਗ ਦੇ ਵਿੱਚ ਸੜ ਰਹੇ ਨੇ, ਬਲ ਰਹੇ ਹਨ। ਮਹਾਰਾਜ ਕਹਿੰਦੇ, ਜੀਓ ਤਪਤ ਹੈ ਬਾਰੋ ਬਾਰ। ਬੰਦਾ ਵਾਰ-ਵਾਰ ਅੰਦਰੋਂ ਤਪਦਾ ਹੈ, ਈਰਖਾ ਤਪਾਉਂਦੀ ਹੈ, ਕ੍ਰੋਧ ਤਪਾਉਂਦਾ ਹੈ, ਹੰਕਾਰ ਤਪਾਉਂਦਾ ਹੈ। ਤੇ ਉਹ ਅੰਦਰ ਦੀ ਈਰਖਾ ਕਰਕੇ, ਹੰਕਾਰ ਕਰਕੇ, ਕ੍ਰੋਧ ਕਰਕੇ ਬਾਹਰੋਂ ਵੀ ਬੰਦਾ ਕਈ ਤਰ੍ਹਾਂ ਦੇ ਝਗੜੇ ਕਰਦਾ, ਬਖੇੜੇ ਕਰਦਾ ਹੈ, ਲੜਾਈਆਂ ਕਰਦਾ ਹੈ, ਤੇ ਫਿਰ ਕਈ ਤਰ੍ਹਾਂ ਦੀਆਂ ਵਿਪਤਾ ਹੋਰ ਆਣ ਪੈਂਦੀਆਂ ਹਨ। ਜੇ ਬੰਦੇ ਦੇ ਅੰਦਰ ਗੁਣ ਹੋਣ, ਨਿਮਰਤਾ ਹੋਵੇ, ਹਲੀਮੀ ਹੋਵੇ, ਮਿੱਠਾ ਬੋਲਣ ਵਾਲਾ ਸੁਭਾਅ ਹੋਵੇ, ਸਰਬੱਤ ਦਾ ਭਲਾ ਕਰਨ ਵਾਲੀ ਬਿਰਤੀ ਹੋਵੇ, ਵੇਖੋ ਕਿੱਦਾਂ ਸੰਸਾਰ 'ਚ ਬਿਮਾਰੀ ਫੈਲੀ ਹੋਈ ਹੈ। ਕੋਈ ਪਤਾ ਨਹੀਂ ਹੈ ਕਿਹਨੂੰ ਬਿਮਾਰੀ ਨੇ ਆ ਕੇ ਘੇਰ ਲੈਣਾ, ਬੰਦੇ ਦੀ ਜੀਵਨ ਲੀਲਾ ਮੁੱਕ ਜਾਣੀ। ਬੰਦਾ ਇਹ ਚੀਜ਼ਾਂ ਨਹੀਂ ਵੇਂਦਾ, ਫਿਰ ਵੀ ਮੇਰੀ ਮੇਰੀ 'ਚ ਪਿਆ ਹੈ, ਦੂਜਿਆਂ ਨੂੰ ਪਿਛਾਂਹ ਧੱਕਣ ਤੇ ਲੱਗਿਆ ਹੋਇਆ ਹੈ, ਲੜਾਈਆਂ ਝਗੜਿਆਂ 'ਚ, ਈਰਖਾ 'ਚ ਲੱਗਿਆ ਹੈ। ਸਤਿਗੁਰੂ ਕਹਿੰਦੇ, ਹਮ ਆਦਮੀ ਹਾਂ ਇੱਕ ਦਮੀ, ਦੂਜੇ ਸਾਹ ਦਾ ਕੋਈ ਪਤਾ ਨਹੀਂ ਹੈ। ਇਸ ਕਰਕੇ ਜਿੰਨੇ ਸਾਹ ਵੀ ਤੁਹਾਡੇ ਕੋਲ ਹਨ, ਭਲਾ ਕਰੋ, ਸਰਬੱਤ ਦਾ ਭਲਾ ਮੰਗੋ, ਪਰਉਪਕਾਰ ਕਰੋ, ਨਿਮਰਤਾ, ਦਇਆ, ਧਰਮ, ਹਲੀਮੀ ਨੂੰ ਜੀਵਨ ਦੇ ਅੰਦਰ ਧਾਰਨ ਕਰਕੇ ਬਤੀਤ ਕਰੋ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ। ਹੁਣ ਇਹ ਜਿਹੜੇ ਚੰਗੇ ਗੁਣ ਹਨ ਉਸੇ ਮਨੁੱਖ ਦੇ ਜੀਵਨ 'ਚ ਆ ਸਕਦੇ ਨੇ ਜਿਹੜਾ ਚੰਗੀ ਸੰਗਤ ਕਰਦਾ ਹੈ, ਜਿਹੜਾ ਚੰਗਾ ਪੜ੍ਹਦਾ ਹੈ, ਚੰਗਾ ਸੁਣਦਾ ਹੈ, ਚੰਗਾ ਵੇਖਦਾ ਹੈ, ਉਹਦੇ ਜੀਵਨ 'ਚ ਚੰਗੇ ਗੁਣ ਆਉਂਦੇ ਹਨ।
ਉਹ ਹੁਣ ਚੰਗਿਆਈਆਂ ਸਾਨੂੰ ਪ੍ਰਾਪਤ ਹੁੰਦੀਆਂ ਨੇ ਗੁਰੂ ਕੋਲ ਆ ਕੇ, ਵਾਹਿਗੁਰੂ ਦੇ ਨਾਲ ਜੁੜ ਕੇ, ਗੁਰੂ ਕੇ ਸ਼ਬਦ ਦੇ ਨਾਲ ਜੁੜ ਕੇ। ਮਹਾਰਾਜ ਕਹਿੰਦੇ ਜਿਹੜੇ ਜੁੜੇ ਨੇ ਮਾਲਕ ਦੇ ਨਾਲ, ਉਹਨਾਂ ਦੇ ਜੀਵਨ ਅੰਦਰ ਚੰਗਿਆਈਆਂ ਨੇ। ਜਿਹੜੇ ਟੁੱਟੇ ਨੇ ਉਸ ਮਾਲਕ ਤੋਂ, ਉਹਨਾਂ ਦੇ ਜੀਵਨ 'ਚ ਬੁਰਾਈਆਂ ਨੇ। ਉਹ ਤਪਦੇ ਬਲਦੇ ਹਨ। ਅਸਾੜ ਤਪੰਦਾ ਤਿਸ ਲੱਗੈ, ਹਰ ਨਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਰੱਬ ਤੋਂ ਟੁੱਟਿਆ ਹੋਇਆ ਮਨੁੱਖ ਰੱਬ ਦੀ ਆਸ ਛੱਡ ਕੇ ਬੰਦਿਆਂ ਤੇ ਆਸ ਰੱਖ ਕੇ ਜਿਉਂਦਾ ਹੈ। ਤੇ ਸੁਖਮਨੀ ਸਾਹਿਬ ਦੀ ਬਾਣੀ ਆਪ ਜੀ ਬੀਬੀਆਂ ਭੈਣਾਂ ਬੜੇ ਪਿਆਰ ਦੇ ਨਾਲ ਪੜ੍ਹਦੇ ਹੋ। ਉਹਦੇ 'ਚ ਮਹਾਰਾਜ ਨੇ ਇੱਕ ਜਗ੍ਹਾ ਤੇ ਇਹ ਸਮਝਾਇਆ ਕਿ ਦੇਣਹਾਰ ਪ੍ਰਭ ਛੋੜ ਕੇ, ਇੱਕ ਹੈ ਉਹ ਦੱਦਾ ਦਾਤਾ, ਏਕ ਹੈ ਸਭ ਕੋ ਦੇਵਨਹਾਰ। ਸਾਰਿਆਂ ਨੂੰ ਸਾਨੂੰ ਦਾਤਾਂ ਬਖਸ਼ਦਾ, ਪਰ ਰੋਜ਼ ਆਉਂਦੇ ਆ ਆਖੈ ਮੰਗੈ ਦੇ ਦੇ, ਦਾਤ ਕਰੇ ਦਾਤਾਰ। ਇੱਕ ਗੁਰੂ ਕਹਿੰਦੇ ਉਹ ਹਨ ਜਿਹੜੇ ਦੇਣਹਾਰ ਪ੍ਰਭ ਛੋੜ ਕੇ, ਲਾਗੈ ਆਨ ਸੁਆਏ, ਨਾਨਕ ਕਹੂੰ ਨਾ ਸੀਜਈ ਬਿਨ ਨਾਮੈ ਜਾਏ। मानुख की टेक बिरथी सब जान, देवन को एक है भगवान। जिसकै दिया रह अगाए, बहुर न तृष्णा लागै आए। मारै राखै एको आप, मानुख कै किछ नाही हाथ। महाराज कहते बंदे दे हथ कुछ नहीं है। इत्थे ते हर कोई आप ही मंगता है, ते मंगता दूजे नूं की रजा सकदा है। ਉਹਦੇ ਅੱਗੇ ਝੋਲੀਆਂ ਅੱਡ ਕੇ ਮੰਗੋ। ਜਿਸਕੈ ਦੀਆ ਰਹਿ ਅਗਾਏ, ਅਗਾਏ ਦਾ ਮਤਲਬ ਹੈ ਰੱਜ ਜਾਣਾ, ਜਿਹਦੇ ਦਿੱਤਿਆਂ ਅਸੀਂ ਰੱਜ ਸਕਦੇ ਹਾਂ। ਪਰ ਜਿਹੜਾ ਰੱਬ ਤੋਂ ਟੁੱਟਿਆ ਉਹਦੀ ਹਾਲਤ ਕੀ ਹੈ? ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਦੂਐ ਭਾਏ ਵਿਗੁੱਚੀਐ ਗਲ ਪਈ ਅਸ ਜਮ ਕੀ ਫਾਸ। ਬੰਦਾ ਰੱਬ ਨੂੰ ਛੱਡ ਕੇ ਮਨੁੱਖਾਂ ਦੀ ਆਸ ਰੱਖਦਾ ਹੈ, ਇੱਕ ਅਕਾਲ ਪੁਰਖ ਨੂੰ ਛੱਡ ਕੇ ਦੂਜਿਆਂ ਦੀ ਟੇਕ ਰੱਖਦਾ ਹੈ। ਤੇ ਮਹਾਰਾਜ ਕਹਿੰਦੇ ਹੁੰਦਾ ਕੀ ਆ? ਗਲ ਪਈ ਇਸ ਜਮ ਕੀ ਫਾਸ। ਅਖੀਰ ਜਮਾਂ ਦਾ ਫਾਹਾ ਆਣ ਗਲ ਪੈਂਦਾ ਹੈ, ਪੱਲੇ ਕੁਝ ਵੀ ਨਹੀਂ ਹੁੰਦਾ। ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਤੇ ਜਦੋਂ ਜਮਾਂ ਦਾ ਫਾਹਾ ਗਲ 'ਚ ਪੈਂਦਾ ਹੈ, ਫਿਰ ਬੰਦਾ ਦੂਜਿਆਂ ਤੇ ਬਲੇਮ ਲਗਾਉਂਦਾ ਹੈ। ਜਦੋਂ ਕੋਈ ਦੁੱਖ ਆਉਂਦਾ ਹੈ, ਅਸੀਂ ਆਪਣੇ ਕਰਮ ਨਹੀਂ ਵੇਂਦੇ ਹਾਂ। ਅਸੀਂ ਕਹਿੰਦੇ ਹਾਂ ਉਹ ਦੂਜੇ ਬੰਦੇ ਕਰਕੇ ਆ ਦੁੱਖ ਜੀਵਨ 'ਚ ਆਇਆ ਹੈ, ਦੂਜੀ ਘਟਨਾ ਕਰਕੇ ਆ ਮੇਰੇ ਜੀਵਨ 'ਚ ਦੁੱਖ ਆਇਆ। ਨਹੀਂ, ਸਤਿਗੁਰੂ ਕਹਿੰਦੇ ਆਪਣੇ ਆਪ ਨੂੰ ਵੇਖ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਮਹਾਰਾਜ ਕਹਿੰਦੇ ਤੂੰ ਬੀਜਦਾ ਹੈ, ਵੱਢਣਾ ਵੀ ਤੈਨੂੰ ਪੈਣਾ ਹੈ। ਹੋ ਸਕਦਾ ਤੂੰ ਬੀਜ ਕੇ ਭੁੱਲ ਗਿਆ ਹੋਵੇਂ, ਮਾੜਾ ਕਰਮ ਕਰਕੇ ਤੂੰ ਭੁੱਲ ਗਿਆ ਹੋਵੇਂ, ਪਰ ਤੇਰੇ ਕਰਮ ਦਾ ਲੇਖਾ ਤੇ ਵਾਹਿਗੁਰੂ ਨੇ ਤੈਨੂੰ ਦੇਣਾ ਹੀ ਦੇਣਾ ਹੈ। ਤੇ ਜਿੱਦਣ ਉਹ ਫਲ ਝੋਲੀ 'ਚ ਪੈਂਦਾ ਹੈ, ਬੰਦਾ ਭੁੱਲ ਚੁੱਕਿਆ ਹੁੰਦਾ, ਫਿਰ ਕਹਿੰਦਾ ਮੈਂ ਮਾੜਾ ਕੀਤਾ ਹੀ ਕੁਝ ਨਹੀਂ ਹੈ, ਮੇਰੇ ਨਾਲ ਮਾੜਾ ਕਿਉਂ ਹੋਇਆ? ਪਰ ਮਹਾਰਾਜ ਕਹਿੰਦੇ ਤੇਰੇ ਨਾਲ ਮਾੜਾ ਨਹੀਂ ਹੋਇਆ, ਤੇਰਾ ਆਪਣਾ ਬੀਜਿਆ ਹੀ ਤੂੰ ਵੱਢਦਾ ਪਿਆ ਹੈ। ਜਿਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਇਸ ਕਰਕੇ ਬੜੇ ਧਿਆਨ ਦੇ ਨਾਲ ਸੁਚੇਤ ਹੋ ਕੇ ਕਰਮ ਕਮਾਉਣੇ ਹਨ। ਰਹਿਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ। ਬੰਦੇ ਦੀ ਜ਼ਿੰਦਗੀ ਰੂਪੀ ਰਾਤ ਲੰਘ ਜਾਂਦੀ ਹੈ ਭਜਨ ਬੰਦਗੀ ਤੋਂ ਬਿਨਾ, ਗੁਰੂ ਨੂੰ ਧਿਆਉਣ ਤੋਂ ਬਿਨਾ, ਨਾਮ ਜਪਣ ਤੋਂ ਬਿਨਾ, ਚੰਗੇ ਕਰਮ ਕਰਨ ਤੋਂ ਬਿਨਾ। ਅਖੀਰ ਫਿਰ ਬੰਦਾ ਨਿਰਾਸ਼ ਹੋ ਕੇ ਸੰਸਾਰ ਤੋਂ ਚਲਿਆ ਜਾਂਦਾ ਹੈ, ਪੱਲੇ ਕੁਝ ਵੀ ਨਹੀਂ ਪੈਂਦਾ। ਜਿਨ ਕੋ ਸਾਧੂ ਭੇਟੀਐ ਸੋ ਦਰਗਾਹ ਹੋਏ ਖਲਾਸ। ਜਿਨ੍ਹਾਂ ਨੂੰ ਸਾਧੂ ਮਤਲਬ ਪੂਰਾ ਗੁਰੂ ਮਿਲ ਗਿਆ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਬੂਲ ਪੈਂਦੇ ਹਨ, ਪ੍ਰਵਾਨ ਪੈਂਦੇ ਹਨ। ਉਹਨਾਂ ਨੂੰ ਰੱਬ ਦੇ ਘਰ ਵੀ ਮਾਣ ਮਿਲਦਾ ਹੈ, ਜਿਹੜੇ ਗੁਰੂ ਦੇ ਹੁਕਮ ਮੁਤਾਬਕ ਜੀਵਨ ਬਤੀਤ ਕਰਦੇ ਹਨ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਇੱਕ ਤੇ ਹੈ ਆਪਾਂ ਵੇਖੋ ਰੋਜ਼ ਗੁਰੂ ਕੇ ਦਰ ਤੇ ਆਉਂਦੇ ਹਾਂ, ਗੁਰੂ ਕੇ ਦਰਸ਼ਨ ਕਰਦੇ ਹਾਂ। ਇੱਕ ਹੈ ਪਿਆਸੀ ਬਿਰਤੀ ਦੇ ਨਾਲ ਦਰਸ਼ਨ ਕਰਨੇ। ਜਿਵੇਂ ਪਾਣੀ ਸਾਡੇ ਸਾਹਮਣੇ ਪਿਆ ਹੈ, ਸਾਨੂੰ ਪਿਆਸ ਨਹੀਂ ਲੱਗੀ ਹੈ, ਕੋਲ ਪਿਆ ਪਾਣੀ, ਬੰਦਾ ਧਿਆਨ ਹੀ ਨਹੀਂ ਦਿੰਦਾ ਕਿਉਂਕਿ ਪਿਆਸ ਨਹੀਂ ਹੈ। ਤੇ ਜਦੋਂ ਪਿਆਸ ਹੋਵੇ ਬੰਦਾ ਪਾਣੀ ਲੱਭਦਾ ਫਿਰਦਾ ਹੈ।
ਇਸੇ ਤਰ੍ਹਾਂ ਜੇ ਅੰਦਰ ਗੁਰੂ ਦੇ ਦਰਸ਼ਨਾਂ ਪ੍ਰਤੀ ਪਿਆਸ ਹੋਵੇਗੀ ਨਾ, ਫਿਰ ਤੇ ਗੁਰੂ ਨੂੰ ਲੱਭਦੇ ਫਿਰਾਂਗੇ ਕਿ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀ ਐ ਪ੍ਰਿਆ ਤੁਧ ਭਗਵੰਤਾ, ਮੋਹਿ ਰੈਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀ। ਇਸ ਕਰਕੇ ਗੁਰੂ ਕਹਿੰਦੇ ਦਰਸ਼ਨਾਂ ਤੋਂ ਪਹਿਲਾਂ ਦਰਸ਼ਨਾਂ ਦੀ ਪਿਆਸ ਮੰਗੋ। ਜਦੋਂ ਪਿਆਸੇ ਹਿਰਦੇ ਦੇ ਨਾਲ ਦਰਸ਼ਨ ਕਰਾਂਗੇ ਤੇ ਫਿਰ ਜਦੋਂ ਪਿਆਸੀ ਬਿਰਤੀ ਹੁੰਦੀ ਹੈ, ਪਿਆਸ ਲੱਗੀ ਹੁੰਦੀ ਹੈ, ਪਾਣੀ ਪੀ ਕੇ ਠੰਡ ਪੈ ਜਾਂਦੀ ਹੈ। ਪਿਆਸੇ ਮਨ ਦੇ ਨਾਲ ਗੁਰੂ ਦੇ ਦਰਸ਼ਨ ਕਰਾਂਗੇ, ਦਰਸ਼ਨ ਕਰਕੇ ਠੰਡ ਪੈ ਜਾਏਗੀ। ਆਪਣੇ ਆਪ ਕਵਾਂਗੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਇਹ ਤਰਲਾ ਗੁਰੂ ਅੱਗੇ ਕਰਨਾ ਦਾਤਾ, ਤੇਰੇ ਤੋਂ ਬਿਨਾ ਸਾਡਾ ਕੋਈ ਸਹਾਰਾ ਨਹੀਂ ਹੈ, ਤੇਰੇ ਤੋਂ ਬਿਨਾ ਸਾਡਾ ਕੋਈ ਆਸਰਾ ਨਹੀਂ ਹੈ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗਿਆ ਅਰਦਾਸ। ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਸਾਡਾ ਸੁੱਖਾਂ ਦਾ ਦਾਤਾ ਵੀ ਗੁਰੂ ਤੂੰ ਹੈ, ਤੇ ਮਾਲਕ ਜੀ ਦੁੱਖਾਂ ਤੋਂ ਮੁਕਤੀ ਬਖਸ਼ਣ ਵਾਲੇ ਵੀ ਤੁਸੀਂ ਹੋ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਅਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਜਿਨ੍ਹਾਂ ਦੇ ਮਨ 'ਚ ਗੁਰੂ ਦੇ ਚਰਨਾਂ ਦਾ, ਵਾਹਿਗੁਰੂ ਦੇ ਚਰਨਾਂ ਦਾ, ਗੁਰੂ ਉਪਦੇਸ਼ ਤੇ ਵਾਹਿਗੁਰੂ ਦੇ ਨਾਮ ਦਾ ਵਾਸਾ ਹੁੰਦਾ ਹੈ, ਉਹਨਾਂ ਦੇ ਲਈ ਅਸਾੜ ਤਪੰਦਾ ਨਹੀਂ ਰਹਿੰਦਾ ਹੈ, ਉਹਨਾਂ ਦੇ ਲਈ ਅਸਾੜ ਸੁਹੰਦਾ ਬਣਦਾ ਹੈ। ਉਹ ਹਾੜ ਦੇ ਮਹੀਨੇ 'ਚ ਤਪਦੇ ਨਹੀਂ ਹਨ, ਬਲਕਿ ਨਾਮ ਦੇ ਨਾਲ ਜੁੜ ਕੇ, ਗੁਰੂ ਦੇ ਉਪਦੇਸ਼ ਦੇ ਨਾਲ ਜੁੜ ਕੇ ਐਨ ਠੰਡੇ ਠਾਰ ਹੁੰਦੇ ਹਨ। ਮਹਾਰਾਜ ਕਹਿੰਦੇ ਕਲ ਤਾਤੀ ਠੰਡਾ ਹਰ ਨਾਉ। ਵਾਹਿਗੁਰੂ ਦਾ ਨਾਮ ਜੀਵਨ ਨੂੰ ਠੰਡ ਪਾਉਣ ਵਾਲਾ ਹੈ। ਸਤਿਗੁਰੂ ਮਿਹਰ ਕਰਨ, ਹਾੜ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਆਪਾਂ ਸਾਰੇ ਗੁਰੂ ਨਾਲ ਜੁੜੀਏ, ਗੁਰਬਾਣੀ ਨਾਲ ਜੁੜੀਏ,